ਅੱਜ ਇਸ ਵੀਡੀਓ ਰਾਹੀਂ ਅਸੀਂ ਜਿਸ ਪੱਤਰ ਨੂੰ ਲਿਖਣ ਦੀ ਜਾਂਚ ਸਮਝਾਂਗੇ ਉਸ ਪੱਤਰ ਦਾ ਸਿਰਲੇਖ ਹੈ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਜੀ ਨੂੰ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਲੈਣ ਲਈ ਪੱਤਰ। ਆਓ ਇਸ ਨੂੰ ਸਮਝੀਏ। ਸੋ ਜੋ ਤੁਹਾਨੂੰ ਆਪਣੀ ਸਕਰੀਨ ਤੇ ਨਜ਼ਰ ਆ ਰਿਹਾ ਹੈ ਉਹ ਇੱਕ ਪੰਨੇ ਦੀ ਤਰ੍ਹਾਂ ਹੈ। ਸਭ ਤੋਂ ਉੱਪਰ ਸਿਰਲੇਖ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਜੀ ਨੂੰ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਲੈਣ ਲਈ ਪੱਤਰ ਲਿਖੋ। ਸੋ ਇਸ ਪੱਤਰ ਦੇ ਵਿੱਚ ਸਭ ਤੋਂ ਪਹਿਲਾਂ ਖੱਬੇ ਹੱਥ ਸਭ ਤੋਂ ਉੱਪਰ ਜੋ ਲਿਖਿਆ ਜਾਏਗਾ ਉਹ ਹੈ ਸੇਵਾ ਵਿਖੇ। ਖੱਬੇ ਹੱਥ ਸਭ ਤੋਂ ਉੱਪਰ ਸੇਵਾ ਵਿਖੇ। ਉਸ ਤੋਂ ਬਾਅਦ ਸੰਬੋਧਨੀ ਸ਼ਬਦ ਕਿ ਅਸੀਂ ਸੰਬੋਧਨ ਕਿਸ ਨੂੰ ਕਰਨਾ ਹੈ। ਸੋ ਸਾਡੇ ਸਿਰਲੇਖ ਦੇ ਵਿੱਚ ਜੋ ਹੈ ਉਹ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਹੈ। ਸੋ ਅਸੀਂ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਸੰਬੋਧਨ ਕਰਾਂਗੇ। ਸੋ ਇੱਥੇ ਅਸੀਂ ਮੁੱਖ ਅਧਿਆਪਕ ਨੂੰ ਸੰਬੋਧਨ ਕੀਤਾ ਹੈ। ਸੇਵਾ ਵਿਖੇ ਤੋਂ ਬਾਅਦ ਅਗਲੀ ਸਤਰ ਦੇ ਵਿੱਚ ਮੁੱਖ ਅਧਿਆਪਕ ਜੀ ਕੌਮਾ ਸਰਕਾਰੀ ਮਾਡਲ ਹਾਈ ਸਕੂਲ, ਫਿਰ ਕੌਮਾ, ਉਸ ਤੋਂ ਬਾਅਦ ਪਿੰਡ ਜਾਂ ਸ਼ਹਿਰ ਦਾ ਨਾਮ ਜੋ ਵੀ ਹੈ, ਫਿਰ ਡੰਡੀ। ਸੰਬੋਧਨੀ ਸ਼ਬਦ ਨਿਰਭਰ ਕਰਦੇ ਹਨ ਕਿ ਸਾਡੇ ਸਿਰਲੇਖ ਦੇ ਵਿੱਚ ਕਿਸ ਨੂੰ ਪੱਤਰ ਲਿਖਣ ਲਈ ਕਿਹਾ ਗਿਆ ਹੈ। ਸੋ ਇਸ ਸਿਰਲੇਖ ਦੇ ਵਿੱਚ ਕਿਤੇ ਵੀ ਸਾਨੂੰ ਸਕੂਲ ਦਾ ਨਾਮ ਨਹੀਂ ਦਿੱਤਾ ਗਿਆ ਤਾਂ ਇੱਥੇ ਅਸੀਂ ਆਪਣੀ ਸਹੂਲਤ ਅਨੁਸਾਰ ਸਕੂਲ ਦਾ ਨਾਮ ਲਿਖ ਲਿਆ। ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੇ ਸਕੂਲ ਦਾ ਨਾਮ ਲਿਖਣਾ ਹੈ ਤੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਲਿਖਣਾ ਹੈ। ਉਸ ਤੋਂ ਬਾਅਦ ਵਿਸ਼ਾ ਕਿ ਸਾਡੇ ਪੱਤਰ ਦਾ ਵਿਸ਼ਾ ਕੀ ਹੈ। ਵਿਸ਼ਾ ਜੋ ਹੈ ਉਹ ਵੀ ਸਾਨੂੰ ਸਿਰਲੇਖ ਦੇ ਵਿੱਚ ਹੀ ਮਿਲੇਗਾ। ਸਾਡਾ ਵਿਸ਼ਾ ਕੀ ਹੈ ਕਿ ਅਸੀਂ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਲੈਣੀ ਹੈ। ਸੋ ਇੱਥੇ ਵਿਸ਼ਾ ਆ ਗਿਆ ਕਿ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਲੈਣ ਲਈ ਪੱਤਰ। ਉਸ ਤੋਂ ਬਾਅਦ ਡੰਡੀ। ਉਸ ਤੋਂ ਬਾਅਦ ਅਗਲੀ ਸਤਰ ਦੇ ਵਿੱਚ ਸ਼੍ਰੀਮਾਨ ਜੀ, ਕਿਉਂਕਿ ਇੱਥੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਜੀ ਨੂੰ ਪੱਤਰ ਲਿਖਣਾ ਹੈ। ਸੋ ਇੱਥੇ ਆਏਗਾ ਸ਼੍ਰੀਮਾਨ ਜੀ, ਫਿਰ ਕੌਮਾ। ਇਹ ਜੋ ਇੰਨਾ ਹਿੱਸਾ ਹੈ ਇਹ ਪੱਤਰ ਦਾ ਆਰੰਭਲਾ ਹਿੱਸਾ ਹੈ। ਇਸ ਨੂੰ ਲਿਖਣ ਦੀ ਇੱਕ ਖਾਸ ਤਰਤੀਬ ਹੈ, ਸ਼ਬਦਾਂ ਦੀ ਇੱਕ ਖਾਸ ਸੇਧ ਹੈ। ਤਰਤੀਬ ਕੀ ਹੈ ਕਿ ਸੇਵਾ ਵਿਖੇ ਤੋਂ ਬਾਅਦ ਸੰਬੋਧਨੀ ਸ਼ਬਦ ਜਿਵੇਂ ਇੱਥੇ ਮੁੱਖ ਅਧਿਆਪਕ ਜੀ, ਫਿਰ ਕੌਮਾ, ਫਿਰ ਸਕੂਲ ਦਾ ਨਾਮ, ਉਸ ਤੋਂ ਬਾਅਦ ਫਿਰ ਕੌਮਾ, ਫਿਰ ਸ਼ਹਿਰ ਜਾਂ ਪਿੰਡ ਦਾ ਨਾਮ, ਫਿਰ ਡੰਡੀ, ਫਿਰ ਵਿਸ਼ਾ ਜੋ ਸਾਡੇ ਪੱਤਰ ਦਾ ਵਿਸ਼ਾ ਹੈ, ਫਿਰ ਡੰਡੀ, ਫਿਰ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ। ਇਹ ਨਿਰਭਰ ਕਰਦਾ ਹੈ ਕਿ ਅਸੀਂ ਸੰਬੋਧਨ ਕਿਸ ਨੂੰ ਕਰ ਰਹੇ ਹਾਂ। ਕਿਉਂਕਿ ਇੱਥੇ ਅਸੀਂ ਮੁੱਖ ਅਧਿਆਪਕ ਜੀ ਨੂੰ ਪੱਤਰ ਲਿਖ ਰਹੇ ਹਾਂ ਤਾਂ ਇੱਥੇ ਆਏਗਾ ਸ਼੍ਰੀਮਾਨ ਜੀ। ਸੋ ਸੇਵਾ ਵਿਖੇ ਤੋਂ ਬਾਅਦ ਜੋ ਸ਼੍ਰੀਮਾਨ ਜੀ ਆਏਗਾ ਇੱਥੋਂ ਥੋੜ੍ਹੀ ਜਿਹੀ ਵਿੱਥ ਤੋਂ ਬਾਅਦ ਲਿਖਿਆ ਜਾਏਗਾ। ਸੇਵਾ ਵਿਖੇ ਦੇ ਥੱਲੇ ਵਾਲਾ ਹਿੱਸਾ ਜੋ ਹੈ ਉਹ ਖਾਲੀ ਰਹੇਗਾ, ਜਿਵੇਂ ਤੁਹਾਡੀ ਸਕਰੀਨ ਤੇ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ। ਤੇ ਸੰਬੋਧਨ ਕਰਨ ਜਿਸ ਨੂੰ ਅਸੀਂ ਸੰਬੋਧਨ ਕਰ ਰਹੇ ਹਾਂ, ਸਕੂਲ ਦਾ ਨਾਮ ਤੇ ਪਿੰਡ ਜਾਂ ਸ਼ਹਿਰ ਦਾ ਨਾਮ, ਇਹ ਇੱਕੋ ਸੇਧ ਦੇ ਵਿੱਚ ਹੋਣਗੇ ਜਿਵੇਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਵਿਸ਼ਾ। ਵਿਸ਼ਾ ਜੋ ਸ਼ਬਦ ਹੈ ਉਸ ਦੀ ਸੇਧ ਉਹੀ ਹੋਏਗੀ ਜੋ ਸੇਵਾ ਸ਼ਬਦ ਦੀ ਹੈ। ਇਸੇ ਤਰ੍ਹਾਂ ਸ਼੍ਰੀਮਾਨ ਜੀ ਦੇ ਸ਼੍ਰੀ ਸ਼ਬਦ ਦੀ ਸੇਧ ਵੀ ਉਹੀ ਹੋਏਗੀ ਜੋ ਸੇਵਾ ਤੇ ਵਿਸ਼ਾ ਦੀ ਹੈ।
ਸੇਵਾ, ਵਿਸ਼ਾ, ਸ਼੍ਰੀ ਤਿੰਨੋਂ ਇੱਕੋ ਸੇਧ ਦੇ ਵਿੱਚ ਹੋਣਗੇ, ਜਿਵੇਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ। ਹੁਣ ਅਸੀਂ ਵਿਚਕਾਰਲੇ ਹਿੱਸੇ ਵੱਲ ਵਧਦੇ ਹਾਂ। ਇਹ ਵਿਚਕਾਰਲੇ ਹਿੱਸੇ ਦਾ ਪਹਿਲਾ ਪੈਰਾ ਹੈ। ਅਗਲਾ ਹਿੱਸਾ ਦੂਸਰੀ ਸਲਾਈਡ ਤੇ ਹੈ। ਸਾਡਾ ਇਹ ਦੂਸਰਾ ਹਿੱਸਾ ਜੋ ਹੈ ਉਹ ਬੇਨਤੀ ਸ਼ਬਦ ਤੋਂ ਆਰੰਭ ਹੋ ਰਿਹਾ ਹੈ। ਬੇਨਤੀ ਸ਼ਬਦ ਸ਼੍ਰੀਮਾਨ ਜੀ ਤੋਂ ਅਗਲੀ ਸਤਰ ਦੇ ਵਿੱਚ ਆਏਗਾ ਤੇ ਇਸ ਦੀ ਸੇਧ ਜੋ ਹੈ ਉਹ ਉਹੀ ਹੋਏਗੀ ਜੋ ਉੱਪਰ ਜਿਵੇਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ, ਜੋ ਮੁੱਖ ਸਰਕਾਰੀ ਜਾਂ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਜੋ ਅਸੀਂ ਲਿਖਿਆ ਹੈ ਉਸ ਦੀ ਹੈ। ਜਿਵੇਂ ਸਕਰੀਨ ਤੇ ਨਜ਼ਰ ਆ ਰਿਹਾ, ਇਸੇ ਸੇਧ ਦੇ ਵਿੱਚ ਬੇਨਤੀ ਸ਼ਬਦ ਲਿਖਿਆ ਜਾਏਗਾ। ਜਦੋਂ ਅਸੀਂ ਇਸ ਤਰ੍ਹਾਂ ਇਸ ਸੇਧ ਦੇ ਵਿੱਚ ਸ਼ਬਦਾਂ ਨੂੰ ਲਿਖਾਂਗੇ ਤਾਂ ਪੱਤਰ ਜੋ ਹੈ ਉਹ ਬਹੁਤ ਹੀ ਖੂਬਸੂਰਤ ਨਜ਼ਰ ਆਏਗਾ ਵੇਖਣ ਦੇ ਵਿੱਚ। ਵਿਚਕਾਰਲੇ ਹਿੱਸੇ ਦੇ ਵਿੱਚ ਕੀ ਹੋਏਗਾ? ਬੇਨਤੀ ਹੈ ਕਿ ਅਸੀਂ ਆਪ ਜੀ ਦੇ ਸਕੂਲ ਵਿੱਚ ਜਮਾਤ 9ਵੀਂ ਸੈਕਸ਼ਨ ਏ ਦੇ ਵਿਦਿਆਰਥੀ ਹਾਂ। ਅਸੀਂ ਸਾਇੰਸ ਸਿਟੀ ਕਪੂਰਥਲਾ ਵਿਖੇ ਇੱਕ ਦਿਨਾਂ ਟੂਰ ਤੇ ਜਾਣਾ ਚਾਹੁੰਦੇ ਹਾਂ। ਅਸੀਂ ਸਾਇੰਸ ਸਿਟੀ ਕਪੂਰਥਲਾ ਵਿਖੇ ਇੱਕ ਦਿਨਾਂ ਟੂਰ ਤੇ ਜਾਣਾ ਚਾਹੁੰਦੇ ਹਾਂ। ਉੱਥੇ ਸਾਨੂੰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ ਤੇ ਸਿੱਖਣ ਲਈ ਵੀ ਬਹੁਤ ਕੁਝ ਮਿਲੇਗਾ। ਸਾਇੰਸ ਸਿਟੀ ਬਾਰੇ ਅਸੀਂ ਪੜ੍ਹਿਆ ਜਾਂ ਸੁਣਿਆ ਹੈ। ਉਸ ਅਨੁਸਾਰ ਸਾਇੰਸ ਸਿਟੀ ਬਾਰੇ ਜੋ ਅਸੀਂ ਪੜ੍ਹਿਆ ਜਾਂ ਸੁਣਿਆ ਹੈ ਉਸ ਅਨੁਸਾਰ ਸਾਇੰਸ ਨਾਲ ਸੰਬੰਧਿਤ ਸਾਡੀਆਂ ਬਹੁਤ ਸਾਰੀਆਂ ਉਲਝਣਾਂ ਜਾਂ ਸੰਕਲਪ ਉੱਥੇ ਜਾ ਕੇ ਸਪਸ਼ਟ ਹੋ ਜਾਣਗੇ। ਸੋ ਹੁਣ ਅਸੀਂ ਅਗਲੀ ਸਲਾਈਡ ਤੇ ਚੱਲਦੇ ਹਾਂ। ਸੋ ਆਪ ਜੀ ਕਿਰਪਾ ਕਰਕੇ ਸਾਨੂੰ ਵਿਦਿਅਕ ਟੂਰ ਤੇ ਸਾਇੰਸ ਸਿਟੀ ਕਪੂਰਥਲਾ ਵਿਖੇ ਜਾਣ ਦੀ ਆਗਿਆ ਦੇ ਦਿਓ। ਅਸੀਂ ਆਪਣੇ ਮਾਪਿਆਂ ਤੋਂ ਉੱਥੇ ਜਾਣ ਦੀ ਇਜਾਜ਼ਤ ਲੈ ਲਈ ਹੈ। ਸਾਡੇ ਸਾਇੰਸ ਅਧਿਆਪਕਾ ਜੀ ਨੇ ਸਾਡੇ ਨਾਲ ਚੱਲਣ ਲਈ ਹਾਂ ਕਰ ਦਿੱਤੀ ਹੈ। ਅਸੀਂ ਸਾਰੇ ਅਨੁਸ਼ਾਸਨ ਵਿੱਚ ਰਹਾਂਗੇ, ਸਕੂਲ ਵੱਲੋਂ ਬਣਾਏ ਪ੍ਰੋਗਰਾਮ ਅਨੁਸਾਰ ਚੱਲਾਂਗੇ ਅਤੇ ਆਪ ਜੀ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਹੀਂ ਆਉਣ ਦਿਆਂਗੇ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ। ਇੰਨੇ ਹਿੱਸੇ ਦੀ ਹੈ। ਤੁਸੀਂ ਦੇਖੋ ਜਿਹੜਾ 100 ਸ਼ਬਦ ਹੈ ਉਹ ਉਸੇ ਸੇਧ ਦੇ ਵਿੱਚ ਹੋਏਗਾ ਤੇ ਅਸੀਂ ਸ਼ਬਦ ਵੀ ਇਸ ਵਿਚਕਾਰਲੇ ਹਿੱਸੇ ਦੇ ਤਿੰਨੋਂ ਇਹ ਸ਼ਬਦ ਇੱਕੋ ਸੇਧ ਦੇ ਵਿੱਚ ਹੋਣਗੇ। ਉਹ ਅਸੀਂ ਜਦੋਂ ਅਗਲੀ ਸਲਾਈਡ ਦੇ ਵਿੱਚ ਇਸ ਪੱਤਰ ਨੂੰ ਪੂਰੀ ਸਕਰੀਨ ਤੇ ਵੇਖਾਂਗੇ ਸਾਨੂੰ ਪੂਰਾ ਨਜ਼ਰ ਆਏਗਾ। ਹੁਣ ਪੱਤਰ ਦਾ ਅੰਤਲਾ ਹਿੱਸਾ। ਅੰਤਲੇ ਹਿੱਸੇ ਦੇ ਵਿੱਚ ਆਪ ਜੀ ਦੇ ਆਗਿਆਕਾਰ, ਫਿਰ ਕੌਮਾ, ਸਮੂਹ ਵਿਦਿਆਰਥੀ ਜਮਾਤ 9ਵੀਂ, ਫਿਰ ਡੰਡੀ। ਉਸ ਤੋਂ ਬਾਅਦ ਮਿਤੀ ਜੋ ਹੈ ਉਹ ਸਮੂਹ ਵਿਦਿਆਰਥੀ ਤੇ ਬਿਲਕੁਲ ਸਾਹਮਣੇ ਖੱਬੇ ਹੱਥ ਲਿਖਿਆ ਜਾਏਗਾ। ਜਿਵੇਂ ਇਹ ਵਾਲਾ ਹਿੱਸਾ ਸੱਜੇ ਹੱਥ ਆ ਰਿਹਾ ਹੈ ਤਾਂ ਮਿਤੀ ਜੋ ਹੈ ਉਹ ਖੱਬੇ ਹੱਥ ਲਿਖਿਆ ਜਾਏਗਾ। ਜਿਵੇਂ 28/4/2020 ਤੇ ਇਸ ਦੀ ਜੋ ਸੇਧ ਹੈ ਮਿਤੀ ਸ਼ਬਦ ਦੀ ਉਹ ਉਹੀ ਹੋਏਗੀ ਜੋ ਸੇਵਾ, ਵਿਸ਼ਾ ਤੇ ਸ਼੍ਰੀ ਤਿੰਨ ਜੋ ਉੱਪਰ ਸ਼ਬਦ ਅਸੀਂ ਲਿਖੇ ਨੇ ਆਰੰਭਲੇ ਹਿੱਸੇ ਦੇ ਵਿੱਚ, ਉਸੇ ਸੇਧ ਦੇ ਵਿੱਚ ਮਿਤੀ ਆਏਗਾ। ਆਓ ਹੁਣ ਇਸ ਪੱਤਰ ਨੂੰ ਪੂਰੀ ਸਕਰੀਨ ਤੇ ਵੇਖਦੇ ਹਾਂ। ਸੋ ਪੂਰੀ ਸਕਰੀਨ ਤੇ ਤੁਸੀਂ ਇਸ ਪੱਤਰ ਨੂੰ ਜਦੋਂ ਵੇਖਦੇ ਹੋ ਤਾਂ ਇਸ ਪਾਸੇ ਸੇਵਾ, ਵਿਸ਼ਾ, ਸ਼੍ਰੀ ਤੇ ਮਿਤੀ ਦੇਖੋ ਇੱਕੋ ਸੇਧ ਦੇ ਵਿੱਚ ਇਹ ਸ਼ਬਦ ਜੋ ਹਨ ਉਹ ਇੱਥੇ ਦੇਖੋ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ।
ਇਸ ਤੋਂ ਬਾਅਦ ਇਹ ਦੇਖੋ, ਇਹ ਇੱਕੋ ਸੇਧ ਦੇ ਵਿੱਚ ਹਨ। ਇਹ ਸਕਰੀਨ ਤੇ ਤੁਹਾਨੂੰ ਜੋ ਨਜ਼ਰ ਆ ਰਿਹਾ ਹੈ, ਇਹਨਾਂ ਦੀ ਸੇਧ ਇੱਕੋ ਹੈ। ਇਸੇ ਤਰ੍ਹਾਂ ਇਸ ਪਾਸੇ ਜਿਵੇਂ ਆਰੰਭ ਦੇ ਵਿੱਚ ਖੱਬੇ ਹੱਥ ਇੱਥੇ ਇੱਕ ਸੇਧ ਬਣਦੀ ਹੈ, ਇੱਕ ਸਿਮਟਰੀ ਬਣਦੀ ਹੈ ਇਸ ਪਾਸੇ। ਇਸੇ ਤਰ੍ਹਾਂ ਅੰਤਲੇ ਹਿੱਸੇ ਦੇ ਵਿੱਚ ਸੱਜੇ ਹੱਥ ਇਸ ਪਾਸੇ ਇੱਕ ਸੇਧ ਬਣੇਗੀ, ਇੱਕ ਸਿਮਟਰੀ ਜੋ ਹੈ ਬਣੇਗੀ। ਹੁਣ ਤੁਸੀਂ ਇਸ ਪੱਤਰ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਲਿਖ ਸਕਦੇ ਹੋ। ਧੰਨਵਾਦ।